जे कोर्ट दे विच तुहानूं वड्डे वड्डे इंडस्ट्रीलिस्ट ने लुटना 20 करोड़ रुपया ला के फिर ਜਿਹੜੇ ਤੁਸੀਂ ਐਡਵੋਕੇਟ ਜਨਰਲ ਚੁਣੇ ਨੇ ਫਿਰ ਜਿਹੜੇ ਤੁਸੀਂ ਡਿਪਟੀ ਐਡਵੋਕੇਟ ਜਨਰਲਾਂ ਦੀ ਫੌਜ ਇਕੱਠੀ ਕੀਤੀ ਆ ਉਹ ਫੋੜੇ ਤੇ ਲਾਉਣੀ ਹੈ ਫਿਰ ਜੋ ਉਹਨਾਂ ਉੱਥੇ ਜਾ ਕੇ ਲੜਨਾ ਹੀ ਨਹੀਂ ਤੁਸੀਂ ਉੱਥੇ ਵਕੀਲ ਹੀ ਪੇਸ਼ ਨਹੀਂ ਕਰਨੇ। ਇੱਕ ਮੰਤਰੀ ਇਹਨਾਂ ਪੱਕਾ ਹੀ ਰੱਖਿਆ ਲੋਕਾਂ ਦੇ ਨਾਲ ਮੀਟਿੰਗਾਂ ਕਰਨ ਨੂੰ ਤੇ ਲੋਕਾਂ ਨੂੰ ਜੂਸ ਪਿਆਉਣ ਨੂੰ ਕਿ ਕੋਰਟ ਦੇ ਵਿੱਚ ਸਰਕਾਰ ਤੇ ਮਾਫੀਆ ਰਲ ਕੇ ਜਾਂਦੇ ਨੇ। ਪਰ ਵੇਖ ਲਓ ਚਾਹੇ ਬਾਦਲ ਦੀ ਰਹੀ ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਰਹੀ ਚਾਹੇ ਇਹ ਹੁਣ ਆ ਗਈ ਅੱਜ ਤੱਕ ਵੀ ਸਰਕਾਰ ਕੋਲੋਂ ਕੋਈ ਮਾਫੀਆ ਨਹੀਂ ਟੁੱਟਾ। ਸਾਜ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਨੇ ਕੋਈ ਅਕਾਲ ਤਖਤ ਦੀ ਢਾਲ ਲੈ ਕੇ ਹੁਣ ਇਹ ਤੇ ਪਤਾ ਹੀ ਆ ਵੀ ਸੁਖਬੀਰ ਬਾਦਲ ਦਾ ਤੇ ਫੈਕਟਰੀ ਵਾਲੇ ਦੇ ਕੀ ਰਿਲੇਸ਼ਨ ਨੇ ਤੇ ਇਹ ਵੀ ਪਤਾ ਹੈ ਕਿ ਸੁਖਬੀਰ ਬਾਦਲ ਦੇ ਤੇ ਅਕਾਲ ਤਖਤ ਸਾਹਿਬ ਦੇ ਕੀ ਰਿਲੇਸ਼ਨ ਨੇ ਜਿਹੜੇ ਉੱਥੇ ਮੁਖੀ ਬੈਠੇ ਨੇ ਜਿੰਨਾ ਮਿਹਨਤ ਕਰਕੇ ਮਿੱਟੀ ਨਾਲ ਮਿੱਟੀ ਹੋ ਕੇ ਖਾਣਾ ਤੁਸੀਂ ਇਹਨਾਂ ਦੀਆਂ ਪ੍ਰਾਪਰਟੀ ਅਟੈਚ ਕਰ ਰਹੇ ਹੋ। ਸ਼ਰਮ ਆਉਣੀ ਚਾਹੀਦੀ ਆ ਯਾਰ ਤੁਹਾਨੂੰ ਇਹੋ ਜੀ ਸਰਕਾਰ ਨੂੰ। 5 ਮਹੀਨੇ ਹੋ ਗਏ ਇਸ ਧਰਨੇ ਨੂੰ ਔਰ ਮੈਂ ਇੱਕ ਦਿਨ ਅੱਗੇ ਵੀ ਇੱਥੇ ਬੋਲ ਕੇ ਗਿਆ ਸੀਗਾ ਜੇ ਤੁਹਾਨੂੰ ਯਾਦ ਹੋਵੇ ਕਿ ਆਮ ਤੌਰ ਤੇ ਸਰਕਾਰ ਬਣਨ ਤੋਂ ਪਹਿਲਾਂ ਸਾਰ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀਗੇ ਕਿ ਜਿੰਨੇ ਪੰਜਾਬ ਵੇਖਣਾ ਹੋਵੇ ਉਹ ਕੋਈ ਖੇਤੀਬਾੜੀ ਦੇ ਨਾਂ ਤੇ ਕੰਮਾਂਕਾਰਾਂ ਦੇ ਨਾਂ ਤੇ ਨਹੀਂ ਜਾਣਿਆ ਜਾਂਦਾ। ਜਦੋਂ ਟੈਂਕੀਆਂ ਤੇ ਚੜੇ ਲੋਕ ਤੇ ਧਰਨਿਆਂ 'ਚ ਬੈਠੇ ਲੋਕ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣ ਤੇ ਸਮਝੋ ਪੰਜਾਬ ਆ ਗਿਆ। ਤੇ ਬੜੇ ਦੁੱਖ ਦੀ ਗੱਲ ਹੈ ਕਿ 5 ਮਹੀਨੇ ਹੋ ਗਏ 150 ਦਿਨ ਮਤਲਬ ਅੱਧਾ ਸਾਲ ਜਿਹੜਾ ਉਹ ਲੰਘ ਗਿਆ ਨਵਾਂ ਸਾਲ ਚੜ੍ਹਨ ਵਾਲਾ ਔਰ ਇਸ ਧਰਨੇ ਦੀ ਅਜੇ ਤੱਕ ਸਾਰ ਨਹੀਂ ਲਈ ਗਈ। ਮੀਟਿੰਗਾਂ ਕੀਤੀਆਂ ਗਈਆਂ ਇੱਕ ਮੰਤਰੀ ਇਹਨਾਂ ਪੱਕਾ ਹੀ ਰੱਖਿਆ ਲੋਕਾਂ ਦੇ ਨਾਲ ਮੀਟਿੰਗਾਂ ਕਰਨ ਨੂੰ ਤੇ ਲੋਕਾਂ ਨੂੰ ਜੂਸ ਪਿਆਉਣ ਨੂੰ। ਉਹ ਜਿੱਦਣ ਇੱਥੇ ਆਏ ਤੇ ਮੈਨੂੰ ਪਹਿਲੀ ਵਾਰੀ ਬੜੀ ਖੁਸ਼ੀ ਹੋਈ ਕਿ ਤੁਸੀਂ ਲੋਕਾਂ ਨੇ ਉਹਨਾਂ ਦਾ ਜਿਹੜਾ ਘਰ ਪੂਰਾ ਕੀਤਾ। ਔਰ ਮੈਂ ਜੇ ਯਾਦ ਕਰੋਗੇ ਪੁਰਾਣਾ ਲੈਕਚਰ ਦੇਖ ਲੋਗੇ ਮੇਰਾ ਉਸ ਦਿਨ ਵਾਲਾ ਤੇ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਕੋਰਟ ਦੇ ਵਿੱਚੋਂ ਤੁਹਾਨੂੰ ਕਦੀ ਵੀ ਜਿੱਤ ਨਹੀਂ ਮਿਲਣੀ। ਮੈਂ ਅੱਗੋਂ ਵੀ ਫਿਊਚਰ ਲਿਖ ਕੇ ਦੇ ਚੱਲਿਆ ਤੁਹਾਨੂੰ ਕਿ ਕੋਰਟ ਦੇ ਵਿੱਚ ਕਦੀ ਵੀ ਪਬਲਿਕ ਨੂੰ ਜਿੱਤ ਨਹੀਂ ਮਿਲੀ। ਕਾਰਨ ਉਹਦਾ ਕੀ ਹੈ ਮੈਂ ਕੋਰਟ ਦਾ ਕਸੂਰ ਨਹੀਂ ਗਿਣਦਾ ਕਿ ਮੈਂ ਬਾਕੀ ਵਾਂਗੂ ਕੋਰਟ ਨੂੰ ਗਾਲਾਂ ਕੱਢੀ ਜਾਵਾਂ ਕਿ ਹਾਈ ਕੋਰਟ ਨੇ ਗਲਤ ਕਰ ਦਿੱਤਾ ਹਾਈ ਕੋਰਟ ਨੇ ਗਲਤ ਕਰ ਦਿੱਤਾ ਸੁਪਰੀਮ ਕੋਰਟ ਨੇ ਗਲਤ ਕਰ ਦਿੱਤਾ। ਉਹਦੇ ਕਾਰਨ ਨੇ ਜਿਨ੍ਹਾਂ ਨੂੰ ਜਾਂਚਣ ਘੋਖਣ ਦੀ ਐਡੀਆਂ ਵੱਡੀਆਂ ਜਥੇਬੰਦੀਆਂ ਤੇ ਐਡੇ ਸੂਝਵਾਨ ਲੋਕ ਤੁਹਾਡੇ ਕੋਲ ਬੈਠੇ ਨੇ। ਔਰ ਤੁਹਾਨੂੰ ਇਹ ਜਾਣਨਾ ਚਾਹੀਦਾ ਕਿ ਕੋਰਟ ਸਾਡੇ ਜਨਤਾ ਦੇ ਹੱਕ 'ਚ ਫੈਸਲੇ ਕਿਉਂ ਨਹੀਂ ਦਿੰਦੀਆਂ। ਉਹਦਾ ਕਾਰਨ ਹੈ ਕਿ ਕੋਰਟ ਦੇ ਵਿੱਚ ਸਰਕਾਰ ਤੇ ਮਾਫੀਆ ਰਲ ਕੇ ਜਾਂਦੇ ਨੇ। ਇਹ ਦੋਵੇਂ ਜਣੇ ਜੁਆਇੰਟ ਕੋਰਟ ਦੇ ਵਿੱਚ ਜਾਂਦੇ ਨੇ। ਜਿੰਨੀਆਂ ਮਰਜ਼ੀ ਸਰਕਾਰਾਂ ਵੇਖ ਲਓ ਚਾਹੇ ਬਾਦਲ ਦੀ ਰਹੀ ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਰਹੀ ਚਾਹੇ ਇਹ ਹੁਣ ਆ ਗਈ ਅੱਜ ਤੱਕ ਵੀ ਸਰਕਾਰ ਕੋਲੋਂ ਕੋਈ ਮਾਫੀਆ ਨਹੀਂ ਟੁੱਟਾ। ਉਹ ਮਿਲ ਜੁਲ ਕੇ ਕੋਰਟ ਦੇ ਵਿੱਚ ਜਾਂਦੇ ਨੇ। ਕੋਰਟ ਨੇ ਉਹ ਫੈਸਲਾ ਸੁਣਾਉਣਾ ਹੁੰਦਾ ਜੋ ਉਹਦੇ ਕੋਲ ਤੱਥ ਪਹੁੰਚੇ ਹੋਣ ਔਰ ਜਨਤਾ ਦੇ ਹੱਕ ਦੇ ਵਿੱਚ ਕਦੀ ਵੀ ਤੱਥ ਨਹੀਂ ਜਾਂਦੇ। ਚਾਹੇ ਤੁਸੀਂ ਜਲੰਧਰ ਵਾਲਾ ਮਸਲਾ ਲੈ ਲਓ ਲਤੀਫਪੁਰ ਵਾਲਾ ਚਾਹੇ ਤੁਸੀਂ ਇੱਥੋਂ ਵਾਲਾ ਲੈ ਲਓ ਮਾਫੀਆਜ਼ ਦੇ ਨਾਲ ਰਲ ਕੇ ਜਿਹੜੇ ਉਹ ਤੱਥ ਭੇਜੇ ਜਾਂਦੇ ਨੇ ਚਾਹੇ ਉਹ ਰੇਤ ਮਾਫੀਆ ਹੋਵੇ ਚਾਹੇ ਉਹ ਸ਼ਰਾਬ ਮਾਫੀਆ ਹੋਵੇ ਚਾਹੇ ਉਹ ਲੈਂਡ ਮਾਫੀਆ ਹੋਵੇ। ਕੋਰਟ ਜਿਹੜੀਆਂ ਉਸ ਬੇਸ ਦੇ ਉੱਤੇ ਫੈਸਲਾ ਸੁਣਾਉਂਦੀਆਂ ਨੇ। ਕੋਰਟ ਨੂੰ ਢਾਲ ਬਣਾ ਕੇ ਵਰਤ ਰਹੇ ਨੇ ਇਹ ਪੰਜਾਬ ਹਮੇਸ਼ਾ ਹੀ ਜੀ। ਇਹ ਕੱਲੀ ਇਸ ਸਰਕਾਰ ਦੀ ਮੈਂ ਗੱਲ ਨਹੀਂ ਕਰਦਾ ਪਿਛਲੇ ਫੈਸਲੇ ਵੀ ਵੇਖੋ ਪਿਛਲੇ ਤੁਸੀਂ ਐਡੇ ਵੱਡੇ ਕਾਂਡ ਵੇਖੋ ਕਿਤੇ 150 ਬੰਦਾ ਸ਼ਰਾਬ ਪੀ ਕੇ ਮਰ ਗਿਆ ਕਿਤੇ 100 ਬੰਦਾ ਦੁਸਹਿਰੇ ਦੀ ਆੜ ਦੇ ਵਿੱਚ ਮਰ ਗਿਆ ਕਿਤੇ ਬਟਾਲੇ ਦੇ ਵਿੱਚ ਬੰਬ ਬਲਾਸਟ ਹੁੰਦਾ। ਕਦੀ ਵੀ ਕਿਸੇ ਅਫਸਰ ਨੂੰ ਸਜ਼ਾ ਹੋਈ ਮੈਨੂੰ ਸੁਣਾ ਦਿਓ ਤੇ ਤੁਸੀਂ ਵਿਖਾ ਦਿਓ ਔਨ ਰਿਕਾਰਡ ਹੈ। ਕਿਉਂਕਿ ਜਿਹੜਾ ਮਹਿਕਮਾ ਤੇ ਜਿਹੜਾ ਤੰਤਰ ਹੈ ਸਰਕਾਰਾਂ ਨੂੰ ਤੇ ਚਾਹੀਦਾ ਕਿ ਉਹ ਲੋਕਾਂ ਦੀ ਪੈਰਵਾਈ ਕਰਨ ਲੋਕਾਂ ਦੇ ਹੱਕ ਸੱਚ ਲਈ ਖਲੋਣ ਪਰ ਉਹ ਲੋਕਾਂ ਨਾਲ ਕਦੀ ਵੀ ਸਾਥ ਨਹੀਂ ਦਿੰਦੀਆਂ ਔਰ ਹਮੇਸ਼ਾ ਲੋਕਾਂ ਦੇ ਉਲਟ ਇਹ ਫੈਸਲੇ ਕੀਤੇ ਜਾਂਦੇ ਨੇ। ਅਸੀਂ ਲੋਕ ਜੇ ਵੱਜਦੇ ਅੱਜ ਤੁਸੀਂ ਕਿਹਾ ਨਾ ਵੀ ਅਸੀਂ ਲੋਕ ਸ਼ਾਇਦ ਜ਼ਿਆਦਾ ਵਾ ਪ੍ਰੈਸ ਵਾਲੇ ਤੁਸੀਂ ਇਹ ਤੁਹਾਡੀ ਬਦੌਲਤ ਤੇ ਉਹ ਗੁਰੂ ਮਹਾਰਾਜ ਦਾ ਸਰੂਪ ਹੈ। ਹੁਣ ਮੈਨੂੰ ਪਤਾ ਲੱਗਾ ਕਿ ਉੱਥੋਂ ਜਿਹੜਾ ਗੁਰੂ ਮਹਾਰਾਜ ਦਾ ਪਾਠ ਰੱਖਿਆ ਉਹਨੂੰ ਚੁਕਾਉਣ ਦੀਆਂ ਵੀ ਸਾਜ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਨੇ ਕੋਈ ਅਕਾਲ ਤਖਤ ਦੀ ਢਾਲ ਲੈ ਕੇ। ਹੁਣ ਇਹ ਤੇ ਪਤਾ ਹੀ ਆ ਵੀ ਸੁਖਬੀਰ ਬਾਦਲ ਦਾ ਤੇ ਫੈਕਟਰੀ ਵਾਲਿਆਂ ਦੇ ਕੀ ਰਿਲੇਸ਼ਨ ਨੇ ਤੇ ਇਹ ਵੀ ਪਤਾ ਹੈ ਕਿ ਸੁਖਬੀਰ ਬਾਦਲ ਦੇ ਤੇ ਅਕਾਲ ਤਖਤ ਸਾਹਿਬ ਦੇ ਕੀ ਰਿਲੇਸ਼ਨ ਨੇ ਜਿਹੜੇ ਉੱਥੇ ਮੁਖੀ ਬੈਠੇ ਨੇ। ਇਹ ਵੀ ਫੈਸਲੇ ਤੁਹਾਡੇ ਜਿਹੜੇ ਆ ਸਕਦੇ ਨੇ ਖਿਲਾਫ। ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਦੋਂ ਸਰਕਾਰਾਂ ਹੱਥ ਖੜੇ ਕਰ ਗਈਆਂ ਜਦੋਂ ਸਰਕਾਰਾਂ ਮਾਫੀਆ ਦੇ ਨਾਲ ਰਲ ਜਾਂਦੀਆਂ ਨੇ ਤੇ ਕੀ ਅਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਵੀ ਨਹੀਂ ਲੈ ਸਕਦੇ? ਫਿਰ ਤੇ ਅਸੀਂ ਆਪਣੇ ਰੱਬ ਨੂੰ ਹੀ ਧਿਆਉਣਾ ਨਾ। ਮੈਂ ਵੀ ਉੱਥੋਂ ਮੱਥਾ ਟੇਕ ਕੇ ਆਇਆ ਤੇ ਫਿਰ ਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨੀ ਹੈ ਨਾ ਰੱਬਾ ਜੇ ਸਾਨੂੰ ਕੋਰਟ 'ਚ ਨਿਆਂ ਨਹੀਂ ਮਿਲਦਾ ਤੇ ਫਿਰ ਕਮ ਸੇ ਕਮ ਤੂੰ ਤੇ ਨਿਆਂ ਕਰ। ਅਕਸਰ ਸਾਡੇ ਨਾਲ ਹੁੰਦਾ ਕੀ ਆ ਵੀ ਦਸ਼ਮੇਸ਼ ਤੇਰੀ ਕੌਮ ਤੇ ਝੁੱਲੀਆਂ ਬਥੇਰੀਆਂ ਬਚਦੇ ਰਹੇ ਆ ਸਿਰ ਉੱਤੇ ਰਹਿਮਤਾਂ ਨੇ ਤੇਰੀਆਂ ਲਿਖਿਆ ਜੋ ਡਾਡਾ ਧੁਰ ਤੋਂ ਮੁਕੱਦਰ ਨੇ ਮਾਰਿਆ ਦੁਸ਼ਮਣ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ। ਤੁਸੀਂ ਇਤਿਹਾਸ ਦੇ ਵਿੱਚ ਕਦੀ ਇਹ ਵੀ ਸੁਣਿਆ ਕਿ ਕਿਸੇ ਦੀ ਪ੍ਰਾਪਰਟੀ ਅਟੈਚ ਕਰ ਲਈ ਜਾਵੇ?
ਤੁਸੀਂ ਇਤਿਹਾਸ ਦੇ ਵਿੱਚ ਕਦੀ ਇਹ ਵੀ ਸੁਣਿਆ ਕਿ ਉਹਨਾਂ ਦੇ ਲਾਇਸੈਂਸ ਕੈਨਸਲ ਕਰ ਦਿੱਤੇ ਜਾਣ? ਕੀ ਇਹ ਲੋਕ ਗੋਲੀ ਚਲਾ ਰਹੇ ਸੀਗੇ ਪਿੰਡ ਵਾਲੇ? ਇਹਨਾਂ ਦੇ ਤੁਸੀਂ ਲਾਇਸੈਂਸ ਕੈਨਸਲ ਕਰਨ ਨਾਲ ਤੁਰ ਪਏ। ਹੁਣ ਮੈਂ ਪੁੱਛਣਾ ਚਾਹੁੰਦਾ ਕਿ ਐਡੇ ਵੱਡੇ ਕੇਸ ਹੋਏ ਆ, ਸਰਕਾਰਾਂ ਐਡੀਆਂ ਵੱਡੀਆਂ ਟਾਰਾਂ ਮਾਰ ਰਹੀਆਂ ਕਿ ਫਲਾਣੇ ਕਰਪਸ਼ਨ ਵਾਲੇ ਫੜ ਕੇ ਅੰਦਰ ਦੇ ਦਾਂਗੇ, ਚਾਹੇ ਉਹਦੇ ਚ ਕਾਂਗਰਸੀ ਮੰਤਰੀ ਨੇ, ਚਾਹੇ ਅਕਾਲੀ ਦਲ ਵਾਲਿਆਂ ਦੀਆਂ ਪੇਸ਼ੀਆਂ ਹੋਣ ਡਈਆਂ ਨੇ। ਅੱਜ ਤੱਕ ਕਿਸੇ ਨੇ ਦੇਸ਼ ਨੂੰ ਲੁੱਟਣ ਵਾਲਿਆਂ ਦੀ ਪ੍ਰਾਪਰਟੀ ਅਟੈਚ ਕੀਤੀ ਆ? ਬਾਦਲਾਂ ਦੀ ਪ੍ਰਾਪਰਟੀ ਅਟੈਚ ਹੋਈ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਾਪਰਟੀ ਅਟੈਚ ਹੋਈ, ਜਿਹੜਾ ਆਪ ਕਹਿੰਦਾ ਰਿਹਾ ਕਿ ਮੇਰੇ ਕੋਲ ਸਾਰੇ ਚੋਰਾਂ ਦੀਆਂ ਫਾਈਲਾਂ ਨੇ, ਮੈਂ ਅੱਖਾਂ ਬੰਦ ਕਰ ਛੱਡੀਆਂ ਮੁੱਖ ਮੰਤਰੀ ਹੁੰਦਿਆਂ। ਉਹਦੀ ਪ੍ਰਾਪਰਟੀ ਅਟੈਚ ਕਰਨ ਦੀ ਕੋਸ਼ਿਸ਼ ਕੀਤੀ ਕਦੀ ਹਾਈ ਕੋਰਟ ਨੇ? ਰਾਜੀਵ ਗਾਂਧੀ ਦੇ ਉੱਤੇ ਕੇਸ ਹੋਇਆ ਬਫੋਰਸ, ਉਸ ਪਰਿਵਾਰ ਦੀ ਕਿਸੇ ਨੇ ਪ੍ਰਾਪਰਟੀ ਅਟੈਚ ਕੀਤੀ? ਚੌਟਾਲਾ ਇੰਨੇ ਸਾਲ ਅੰਦਰ ਲਾਇਆ, ਕਦੀ ਚੌਟਾਲੇ ਦੀ ਪ੍ਰਾਪਰਟੀ ਅਟੈਚ ਕੀਤੀ ਕਿਸੇ ਨੇ? ਲਾਲੂ ਪ੍ਰਸ਼ਾਦ ਅੰਦਰ ਇੰਨਾ ਟਾਈਮ ਲਾਇਆ, ਉਹਦੀ ਕਿਸੇ ਨੇ ਪ੍ਰਾਪਰਟੀ ਅਟੈਚ ਕੀਤੀ? ਇਹਨਾਂ ਗਰੀਬਾਂ ਦੀਆਂ ਜਿੰਨਾ ਬੀਜ ਕੇ ਖਾਣਾ, ਜਿੰਨਾ ਮਿਹਨਤ ਕਰਕੇ ਮਿੱਟੀ ਨਾਲ ਮਿੱਟੀ ਹੋ ਕੇ ਖਾਣਾ, ਤੁਸੀਂ ਇਹਨਾਂ ਦੀਆਂ ਪ੍ਰਾਪਰਟੀ ਅਟੈਚ ਕਰ ਰਹੇ ਹੋ। ਸ਼ਰਮ ਆਉਣੀ ਚਾਹੀਦੀ ਹੈ ਯਾਰ ਤੁਹਾਨੂੰ ਇਹੋ ਜੀ ਸਰਕਾਰ ਨੂੰ। ਔਰ ਮੈਂ ਬੇਨਤੀ ਕਰਦਾ ਕਿ ਕੋਰਟ ਨੂੰ ਖੁਦ ਸੂ ਮੋਟੋ ਲੈਣਾ ਚਾਹੀਦਾ। ਤੁਸੀਂ ਲੋਕ ਕੀ ਕਰਦੇ ਹੋ? ਮੈਂ ਉਸ ਦਿਨ ਸਟੇਜ ਤੇ ਕਿਹਾ ਸੀ, ਤੁਸੀਂ ਗੱਲਾਂ ਚੇਤਾ ਕਰੋ ਮੇਰੀਆਂ, ਕਿ ਜਦੋਂ ਵੱਡੇ ਲੋਕ ਵਕੀਲ ਕਰਦੇ ਨੇ, ਚਾਹੇ ਉਹ ਪ੍ਰਾਪਰਟੀ ਨਾਲ ਰਿਲੇਟਡ ਹੋਣ, ਚਾਹੇ ਉਹ ਸ਼ਰਾਬ ਨਾਲ ਰਿਲੇਟਡ ਹੋਣ, ਚਾਹੇ ਉਹ ਰੇਤਾ ਨਾਲ ਰਿਲੇਟਡ ਹੋਣ, ਉਹਨਾਂ ਦੇ ਵਕੀਲ ਜਾਂਦੇ ਨੇ 20-20 ਲੱਖ ਰੁਪਏ ਦੀ ਪੇਸ਼ੀ ਵਾਲੇ। ਤੇ ਅਸੀਂ ਗਰੀਬਾਂ ਨੇ ਕੀ ਕਰਨਾ ਹੁੰਦਾ? 1000-1000 ਰੁਪਈਆ ਪਾ ਕੇ ਵਕੀਲ ਖੜਾ ਕਰਨਾ ਹੁੰਦਾ। ਤੇ ਕੀ ਸਾਡੇ ਵਕੀਲ ਉਹਨਾਂ ਵਕੀਲਾਂ ਦੇ ਸਾਹਮਣੇ ਸਟੈਂਡ ਕਰ ਸਕਦੇ ਨੇ? ਇਸ ਕਰਕੇ ਸਾਡੀਆਂ ਕੋਰਟ ਦੇ ਵਿੱਚ ਹਾਰ ਹੁੰਦੀਆਂ। ਔਰ ਦੇਸ਼ ਲਈ ਇਹ ਸ਼ਰਮਨਾਕ ਗੱਲ ਹੈ ਕਿ ਇਨਸਾਫ जालिमों की हिमायत में जाएगा, यही हाल रहा तो कौन अदालतों में जाएगा। फिर लोगों का अदालतों तो भी विश्वास जिहड़ा चुक्या जाऊगा। और अगे सुनो बशर्मी की है, 20 करोड़ रुपया इत्थे नवदीप है किते खड़ा, मैं डेली उहदे नाल गल करदा सीगा कि एक दिन 5 करोड़ रुपया जुर्माना आया, जिस दिन 20 करोड़ रुपया जुर्माना आया, 15 करोड़ रुपया फिर लाया गया जुर्माना। मैं उस दिन भी उन्होंने फोन के उत्ते दस्या कि तुहानू हुण 15 करोड़ रुपया सरकार नू जुर्माना आया। हुण सरकार नू मैं पुछना चाहना, जे कोर्टां दे विच तुहाडी एडी वड्डी हार होनी है, जे कोर्ट दे विच तुहानू मूंह दी खानी पैनी है, जे कोर्ट दे विच तुहानू वड्डे इंडस्ट्रीलिस्ट ने लुटना 20 करोड़ रुपया ला के, फिर ਜਿਹੜੇ ਤੁਸੀਂ ਐਡਵੋਕੇਟ ਜਨਰਲ ਚੁਣੇ ਨੇ, ਫਿਰ ਜਿਹੜੇ ਤੁਸੀਂ ਡਿਪਟੀ ਐਡਵੋਕੇਟ ਜਨਰਲਾਂ ਦੀ ਫੌਜ ਇਕੱਠੀ ਕੀਤੀ ਆ, ਉਹ ਫੋੜੇ ਤੇ ਲਾਉਣੀ ਹੈ। ਫਿਰ ਜੋ ਉਹਨਾਂ ਉੱਥੇ ਜਾ ਕੇ ਲੜਨਾ ਹੀ ਨਹੀਂ, ਤੁਸੀਂ ਉੱਥੇ ਵਕੀਲ ਹੀ ਪੇਸ਼ ਨਹੀਂ ਕਰਨੇ। ਜੇ 20 ਕਰੋੜ ਰੁਪਇਆ ਤੁਹਾਨੂੰ ਜੁਰਮਾਨਾ ਹੋਣ ਦਾ ਖਤਰਾ ਸੀਗਾ, ਜੇ 5 ਕਰੋੜ ਪਹਿਲਾਂ ਹੋ ਚੁੱਕਾ ਸੀਗਾ, ਤੇ ਤੁਸੀਂ ਵੱਡੇ ਵਕੀਲ ਹਾਇਰ ਉਹਨਾਂ ਦੇ ਬਰਾਬਰ ਦੇ ਕਿਉਂ ਨਹੀਂ ਕੀਤੇ ਵੀ ਜਿਹੜੇ ਅੰਦਰ ਜਾ ਕੇ ਫਾਈਟ ਕਰਨ ਦੇ ਵਿੱਚ ਉੱਥੇ ਅਦਾਲਤ ਨੂੰ ਦੱਸਣ ਕਿ ਲੋਕ ਕਿਸ ਤਰ੍ਹਾਂ ਪੀੜਤ ਨੇ, ਲੋਕਾਂ ਦੇ ਹਾਲ ਕੀ ਨੇ। ਤੇ ਜਦੋਂ ਸਰਕਾਰ ਬਣਨੀ ਸੀ ਨਾ, ਤੁਸੀਂ ਸਾਰੇ ਜਾਣਦੇ ਹੋ ਕਿੱਦਾਂ ਦੇਸੀ ਜੇ ਮਤਲਬ ਲਿਬਾਸ ਦੇ ਵਿੱਚ ਭਗਵੰਤ ਮਾਨ ਆਉਂਦੇ ਸੀ, ਕਦੀ ਤੁਰਲਾ ਛੱਡ ਲਿਆ ਤੇ ਕਦੀ ਪੀਲੀ ਪੱਗ ਬੰਨ੍ਹ ਲਈ। ਅੱਜ ਭਗਵੰਤ ਮਾਨ 3-3 ਲੱਖ ਰੁਪਏ ਦੇ ਬੂਟ ਪਾਉਂਦੇ ਨੇ। ਉਦੋਂ ਸਾਡੇ ਨਾਲ ਵਾਅਦੇ ਕੀਤੇ ਸੀ ਇਹਨਾਂ ਨੇ, ਝਾੜੂ ਵਾਲਿਆਂ ਨੇ, ਕਿ ਇਹ ਲੋਕਾਂ ਦੀ ਸਰਕਾਰ ਹੈ, ਆ ਲੋਕਾਂ ਦੀਆਂ ਸੱਥਾਂ ਚੋਂ ਚੱਲੂਗੀ। ਅੱਜ ਮੈਂ ਤੁਹਾਨੂੰ ਪੁੱਛਦਾ, ਇਹ ਸੱਥਾਂ ਚੋਂ ਚੱਲਦੀ ਆ? ਇਹਨਾਂ ਵੀ ਸਾਡਾ ਉਹ ਹਾਲ ਕੀਤਾ। ਮੈਂ ਬੋਲਿਆ ਨਹੀਂ 6 ਮਹੀਨੇ ਇਹਨਾਂ ਦੇ ਉਲਟ। ਕਾਰਨ ਇਹ ਹੈ ਕਿ ਜਦੋਂ ਕੋਈ ਨਵਾਂ ਬੰਦਾ ਬਣਦਾ, ਬਥੇਰੇ ਲੋਕ ਕਹਿੰਦੇ ਰਲ ਗਏ, ਫਲਾਣਾ ਟਮਕਾਣਾ, ਮੌਕਾ ਦੇਣਾ ਚਾਹੀਦਾ। ਤੁਸੀਂ ਵੀ ਨਵੇਂ ਪੱਤਰਕਾਰ ਬਣੋਗੇ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀਆਂ ਗਲਤੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਾਣ। 6 ਮਹੀਨੇ ਮੌਕਾ ਦਿੱਤਾ ਇਹਨਾਂ ਨੂੰ। ਹੁਣ ਜਿਹੜਾ ਪਾਣੀ ਆ ਉਹ ਸਿਰ ਤੋਂ ਲੰਘ ਗਿਆ, ਕੱਲੇ ਨੂੰ ਉੱਠਣਾ ਪਊਗਾ। ਕਿੰਨੇ ਕੁ ਬੰਦਿਆਂ ਨੂੰ ਅੰਦਰ ਦੇਣਗੇ? 3 FIR ਹੁਣ ਮੈਨੂੰ ਪਤਾ ਲੱਗਾ ਦਰਜ ਕੀਤੀਆਂ ਨੇ। 250-300 ਬੰਦੇ ਦੇ ਉੱਤੇ FIR ਦਰਜ ਕਰ ਦਿੱਤੀ ਗਈ, ਜਿਹਦੇ ਵਿੱਚ ਬਾਏ ਨੇਮ ਕੋਈ 40-50 ਬੰਦੇ ਨੇ। ਔਰ ਜਿਹੜੇ ਅਣਪਛਾਤੇ ਲਿਖਣੇ ਹੁੰਦੇ ਆ, ਉਹਦੇ ਵਿੱਚ ਹਊਆ ਬਣਾ ਲਿਆ ਜਾਂਦਾ ਵੀ ਇਹਦਾ ਨਾਂ ਨਾ ਜੇ, ਇਹਦਾ ਨਾ ਜੇ, ਤੇ ਆਪੋ ਆਪਣੇ ਤੌਰ ਤੇ ਥਾਣਿਆਂ 'ਚ ਫੋਨ ਕਰਕੇ ਪੁੱਛੋ ਵੀ ਭਾਜੀ ਮੈਂ ਤਾਂ ਨਹੀਂ ਹੈਗਾ। ਇਸ ਤਰੀਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਇਹ ਭਗਵੰਤ ਮਾਨ ਕਹਿੰਦੇ ਸੀਗੇ ਕਿ ਇਹ ਪਰਚਿਆਂ ਵਾਲੀਆਂ ਸਰਕਾਰਾਂ ਰਹੀਆਂ ਨੇ। ਅੱਜ ਕੀ ਗੱਲ ਪਰਚਿਆਂ ਵਾਲੀ ਸਰਕਾਰ ਨਹੀਂ ਕਿ 250-250 ਬੰਦੇ ਤੇ ਜਿਹੜੇ ਸ਼ਾਂਤਮਈ ਧਰਨੇ ਤੇ ਬੈਠੇ ਨੇ, ਉਹਨਾਂ ਦੇ ਉੱਤੇ FIR ਦਰਜ ਕੀਤੀਆਂ ਜਾ ਰਹੀਆਂ ਨੇ। ਸ਼ਰਮ ਨਹੀਂ ਆਉਂਦੀ ਤੁਹਾਨੂੰ ਕਿ ਵੋਟਾਂ ਲੈਣ ਵੇਲੇ ਤੁਸੀਂ ਕੀ ਕਹਿੰਦੇ ਸੀਗੇ? ਅੱਜ ਤੁਸੀਂ ਹਾਲਾਤ ਕੀ ਬਣਾ ਦਿੱਤੇ? ਕਿਉਂ ਮੁੱਕਰਦੇ ਹੋ? ਜਦੋਂ ਸੱਤਾ 'ਚ ਆ ਜਾਂਦੇ ਹੋ ਫਿਰ ਕੀ ਬਿੱਲੀ ਨਿੱਛ ਜਾਂਦੀ ਹੈ ਤੁਹਾਨੂੰ? ਮੈਂ ਕਹਿਣਾ ਚਾਹੁੰਦਾ ਭਗਵੰਤ ਸਿੰਘ ਮਾਨ ਨੂੰ ਕਿ ਜੇ ਚੰਨ ਤੇਰੀ ਇੰਝ ਪੂਰੀ ਪੈਂਦੀ ਹੈ, ਪਾਲਾ ਤੇਥੋਂ ਜਿੰਨੀ ਦੂਰੀ ਪੈਂਦੀ ਹੈ। ਜੇ ਚੰਨ ਤੇਰੀ ਇੰਝ ਪੂਰੀ ਪੈਂਦੀ ਹੈ, ਪਾਲਾ ਤੇਥੋਂ ਜਿੰਨੀ ਦੂਰੀ ਪੈਂਦੀ ਹੈ। ਪਹਿਲਾਂ ਤੋੜ ਨਿਭਾਉਣ ਦੇ ਵਾਅਦੇ ਕਰਦੇ ਨੇ, ਮਗਰੋਂ ਖੌਰੇ ਕੀ ਮਜਬੂਰੀ ਪੈਂਦੀ ਹੈ। ਹੁਣ ਕੀ ਮਜਬੂਰੀ ਪੈ ਗਈ? ਹੁਣ ਇਹਨਾਂ ਲੋਕਾਂ ਦੀ ਸਾਰ ਕਿਉਂ ਨਹੀਂ ਲੈਂਦੇ? ਅੱਗੇ ਆਓ। ਮੈਂ ਉਹਨੂੰ ਦੱਸਿਆ ਸੀ ਜੋ ਮੇਰਾ ਚੱਲਦਾ ਸੀਗਾ, ਮੈਂ ਕੱਲੀ ਗੱਲ ਤੁਹਾਡੇ ਮੋਰਚੇ ਨਾਲ ਸ਼ੇਅਰ ਕਰਦਾ ਸੀਗਾ। ਇੱਕ ਵਾਰ ਹੁਣ ਦੁੱਖ ਵਾਲੀ ਗੱਲ ਹੈ ਕਿ ਜਦੋਂ ਸੰਤ ਮਹਾਂਪੁਰਖ ਵੀ ਇਹੋ ਜਿਹੀਆਂ ਗੱਲਾਂ ਕਰਨ, ਸੰਤ ਸੀਚੇਵਾਲ ਹੋਣਾ ਦਾ ਮੈਨੂੰ ਫੋਨ ਆਉਂਦਾ ਕਿ ਤੁਸੀਂ ਮੋਰਚੇ ਤੇ ਗਏ ਸੀਗੇ।
ਤੁਸੀਂ ਬੋਲ ਕੇ ਆਏ ਸੀਗੇ। ਮੈਂ ਕਿਹਾ ਜੀ ਹਾਂ, ਮੈਂ ਤੁਹਾਡੇ ਬਾਰੇ ਵੀ ਬੋਲਿਆ ਕਿ ਸੰਤ ਸੀਚੇਵਾਲ ਤਲੀ ਦੇ ਉੱਤੇ ਪਾਣੀ ਰੱਖ ਕੇ ਦੱਸ ਦਿੰਦੇ ਸੀ ਇਹਦਾ TDS ਕਿੰਨਾ, ਤੇ ਹੁਣ ਕੀ ਹੋ ਗਿਆ ਸੰਤ ਜੀ? ਮੈਨੂੰ ਕਹਿੰਦੇ ਕਿ ਉਹ ਫੈਕਟਰੀ ਦੇ ਜਿਹੜੇ ਸੈਂਪਲ ਨੇ ਉਹ ਚੈੱਕ ਕਰਾਏ ਗਏ ਨੇ ਔਰ ਠੀਕ ਨੇ। ਮੈਂ ਕਿਹਾ ਜੀ ਇਹ ਗੱਲ ਤੇ ਉਹਨਾਂ ਨੂੰ ਮੈਂ ਸਟੇਜ ਤੋਂ ਕਹਿਆ ਕਿ ਜਿੱਥੋਂ ਮਰਜ਼ੀ ਸੈਂਪਲ ਚੈੱਕ ਕਰਾ ਲਓ, ਜਿੰਨੇ ਮਰਜ਼ੀ ਸੈਂਪਲ ਚੈੱਕ ਕਰਾ ਲਓ। ਜੇ ਕੋਰਟ ਦੇ ਵਿੱਚ ਫੈਸਲੇ ਉਲਟ ਆ ਸਕਦੇ ਨੇ ਤੇ ਸੈਂਪਲਾਂ ਦੇ ਫੈਸਲੇ ਵੀ ਉਹਨਾਂ ਦੇ ਹੱਕ 'ਚ ਹੀ ਆਉਣੇ ਨੇ। ਤੁਹਾਨੂੰ ਥੋੜਾ ਨਿਆਂ ਕਰਨਾ ਚਾਹੀਦਾ ਸੀ। ਜੇ ਉਹ ਸੈਂਪਲ ਠੀਕ ਸੀਗੇ, ਮੈਂ ਮੰਨ ਲਈ ਤੁਹਾਡੀ ਗੱਲ, ਮੈਂ ਇਸ ਚੀਜ਼ 'ਚ ਨਹੀਂ ਪੈਣਾ ਚਾਹੁੰਦਾ, ਨਾ ਮੈਂ ਹਾਈ ਕੋਰਟ ਦੇ ਫੈਸਲੇ 'ਚ ਪੈਣਾ ਚਾਹੁੰਦਾ। ਜੇ ਉਹ ਸੈਂਪਲ ਠੀਕ ਸੀਗੇ, ਤੁਸੀਂ ਇੱਕ ਗੁਨਾਹ ਕੀਤਾ ਮੇਰੀ ਨਿਗਾਹ ਦੇ ਵਿੱਚ ਕਿ ਤੁਸੀਂ ਰਾਜ ਸਭਾ ਮੈਂਬਰ ਕਿਉਂ ਬਣੇ। ਜੇ ਤੁਸੀਂ ਇੱਕ ਧਿਰ ਦੇ ਬਣ ਗਏ ਹੋ ਤੇ ਤੁਹਾਨੂੰ ਗੱਲਾਂ ਵੀ ਸੁਣਨੀਆਂ ਪੈਣਗੀਆਂ। ਸੰਤ ਜਿਹੜਾ ਹੁੰਦਾ ਉਹ ਸਾਰਿਆਂ ਦਾ ਸਾਂਝਾ ਹੁੰਦਾ, ਉਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ। ਇਹ ਤਾਂ ਨਹੀਂ ਕਿਸੇ ਨੂੰ ਕਿਹਾ ਜਾਂਦਾ ਇਹ ਕਾਂਗਰਸੀ ਸੰਤ ਹੈ, ਇਹ ਅਕਾਲੀ ਸੰਤ ਹੈ। ਤੁਸੀਂ ਸਾਰਿਆਂ ਦੇ ਸਾਂਝੇ ਸੀ। ਤੁਹਾਡਾ ਇਹ ਫੈਸਲਾ ਗਲਤ ਸੀਗਾ ਔਰ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਉਹਨਾਂ ਮੈਨੂੰ ਜਵਾਬ ਕੀ ਦਿੱਤਾ। ਮੈਂ ਝੂਠ ਜ਼ਿੰਦਗੀ 'ਚ ਨਹੀਂ ਮਾਰਦਾ ਕਦੀ। ਉਹ ਮੈਨੂੰ ਕਹਿੰਦੇ ਨੇ ਕਿ ਸਰਕਾਰ ਦੀ ਇਮੇਜ ਬੜੀ ਖਰਾਬ ਹੋ ਗਈ ਸੀ ਜਦੋਂ ਬਾਹਰੋਂ 5 ਰਾਜ ਸਭਾ ਮੈਂਬਰ ਚੁਣੇ ਸੀਗੇ, ਤੇ ਮੇਰੇ ਨਾਲ ਉਹ ਦੁੱਖ ਲੱਗਦਾ ਇਹ ਗੱਲਾਂ ਦਾ ਕਿ ਦਲਾਲੀ ਕੀਤੀ ਪੱਤਰਕਾਰਾਂ ਨੇ। ਹੁਣ ਉਹਨਾਂ ਦੇ ਮੈਂ ਨਾਂ ਨਹੀਂ ਲੈਂਦਾ, ਜੋ ਉਹਨਾਂ ਮੈਨੂੰ ਦੱਸੇ। ਸੀਚੇਵਾਲ ਤੁਹਾਨੂੰ ਮਿਲਣਗੇ ਪੁੱਛਣਾ ਕਿ ਉਹਨਾਂ ਆ ਕੇ ਮੇਰੇ ਤੇ ਦਬਾਅ ਬਣਾਇਆ ਕਿ ਰਾਜ ਸਭਾ ਦੇ ਮੈਂਬਰ ਬਣ ਜਾਓ, ਸਰਕਾਰ ਦੀ ਇਮੇਜ ਬੜੀ ਖਰਾਬ ਹੈ। ਮੈਂ ਕਿਹਾ ਸਰਕਾਰ ਦੀ ਇਮੇਜ ਤੇ ਸੰਤ ਜੀ ਕਿਸੇ ਨਾ ਕਿਸੇ ਹੱਦ ਤੱਕ ਠੀਕ ਹੋ ਗਈ, ਤੁਹਾਡੀ ਇਮੇਜ ਜਿਹੜੀ ਉਹ ਖਰਾਬ ਹੋ ਗਈ ਲੋਕਾਂ ਦੇ ਵਿੱਚ। ਸੋਚ ਸਮਝ ਕੇ ਜਿਹੜਾ ਬੰਦਾ ਜਿਹਨੂੰ ਸਤਿਕਾਰ ਮਿਲਦਾ ਜਨਤਾ ਕੋਲੋਂ, ਜਿਹਨੂੰ ਪਿਆਰ ਮਿਲਦਾ ਜਨਤਾ ਕੋਲੋਂ, ਉਹਨੂੰ ਸਾਰਿਆਂ ਦਾ ਸਾਂਝਾ ਰਹਿਣਾ ਚਾਹੀਦਾ। ਤੁਹਾਨੂੰ ਇਹ ਫੈਸਲੇ ਜਿਹੜੇ ਬਹੁਤ ਸੋਚ ਵਿਚਾਰ ਕੇ ਕਰਨੇ ਚਾਹੀਦੇ ਨੇ। ਔਰ ਸੰਤ ਜੀ ਮੈਂ ਇੱਕ ਸਲਾਹ ਦੇ ਕੇ ਚੱਲਿਆ ਤੁਹਾਨੂੰ ਕੋਈ ਚੇਅਰਮੈਨ ਨਹੀਂ ਲਾਇਆ ਵੀ ਸਰਕਾਰ ਲਾ ਸਕਦੀ ਹੈ। ਤੁਹਾਨੂੰ 6 ਸਾਲ ਲਈ ਰਾਜ ਸਭਾ ਮੈਂਬਰ ਚੁਣਿਆ ਗਿਆ। ਹੁਣ ਵਾਜੇ ਵਜਾ ਦਿਓ, ਤੁਹਾਨੂੰ ਲਾਉਣ ਦੀ ਤੇ ਇਹਨਾਂ ਕੋਈ ਤਾਕਤ ਹੀ ਨਹੀਂ ਰਹੀ। ਤੁਹਾਡਾ ਕੀ ਕਰ ਲੈਣਗੇ ਫਿਰ? ਕੀ ਮਜਬੂਰੀਆਂ ਨੇ ਕਿ ਇਹਨਾਂ ਲੋਕਾਂ ਦੀ ਸਾਰ ਨਹੀਂ ਲਈ ਜਾ ਰਹੀ? ਮੈਂ ਇੱਕ ਚੀਜ਼ ਸਪਸ਼ਟ ਕਰਨੀ ਚਾਹੁੰਦਾ, ਮੈਂ ਰਾਤ ਵੀ ਕਹੀ ਸੀ, ਮੈਨੂੰ ਨਹੀਂ ਪਤਾ ਕਿੱਥੇ ਕੌਣ ਗਲਤ ਹੈ ਕੌਣ ਠੀਕ ਹੈ, ਕਿ ਕੀ ਫੈਸਲਾ ਕੀ ਪਿੰਡ ਵਾਲੇ ਚਾਹੁੰਦੇ ਨੇ। ਮੈਂ ਜ਼ਿੰਦਗੀ 'ਚ ਕਿਸੇ ਦੇ ਉੱਤੇ ਫੈਸਲਾ ਥੋਪਿਆ ਨਹੀਂ, ਨਾ ਮੈਂ ਸਰਕਾਰਾਂ ਦੀ ਦਲਾਲੀ ਕੀਤੀ ਹੈ ਕਿ ਤੁਸੀਂ ਮੰਨ ਜਾਓ, ਤੁਸੀਂ ਉਹਨਾਂ ਦੀਆਂ ਸ਼ਰਤਾਂ ਮੰਨ ਜਾਓ। ਜੋ ਲੋਕਾਂ ਦੀ ਰੋਹ ਤੇ ਜੋ ਲੋਕਾਂ ਦੇ ਇਮੋਸ਼ਨਸ ਤੇ ਫੀਲਿੰਗਸ ਨੇ, ਭਾਵਨਾਵਾਂ, ਮੈਂ ਹਮੇਸ਼ਾ ਉਹਦੀ ਕਦਰ ਕੀਤੀ ਹੈ। ਮੇਰੇ ਇੱਥੇ ਆਉਣ ਦਾ ਮੁੱਖ ਕਾਰਨ ਕੀ ਹੈ ਕਿ ਜੋ ਤਰੀਕਾ ਸਰਕਾਰ ਵੱਲੋਂ ਰੁਪਈਆ ਅਪਣਾਇਆ ਜਾ ਰਿਹਾ ਹੈ ਕਿ ਇਸ ਤਰੀਕੇ ਪੁਲਿਸ ਲਾ ਕੇ ਜਾਇਦਾਦ ਅਟੈਚ ਕਰਕੇ ਲੋਕਾਂ ਨੂੰ ਡਰਾ ਕੇ, ਉਹਦੀ ਨਿੰਦਾ ਕਰਨ ਮੈਂ ਅੱਜ ਵੀ ਆਇਆ ਕਿ ਇਹ ਤੁਹਾਡਾ ਤਰੀਕਾ ਠੀਕ ਨਹੀਂ। ਜਨਤਾ ਦੀ ਸਰਕਾਰ ਸੀਗੀ, ਇਹਨਾਂ ਦੀ ਜਨਤਕ ਤੌਰ ਦੇ ਉੱਤੇ ਤੁਸੀਂ ਇਹਨਾਂ ਦੀ ਤਸੱਲੀ ਕਰਾਓ, ਇਹਨਾਂ ਨੂੰ ਮਿਲੋ ਗਿਲੋ। ਜੇ ਕੋਈ ਕਮੀਆਂ ਪੇਸ਼ੀਆਂ ਸੀ ਆਪਸ ਦੇ ਵਿੱਚ ਦੂਰੀਆਂ ਪਈਆਂ ਨੇ ਤਾਂ ਉਹਨੂੰ ਦੂਰ ਕਰੋ। ਪਰ ਜਿਹੜਾ ਤੁਸੀਂ ਤਰੀਕਾ ਅਪਣਾ ਲਿਆ, ਤੁਸੀਂ ਕਿਹਨੂੰ ਡਰਾਓਗੇ? 500 ਬੰਦੇ ਦੇ ਉੱਤੇ ਤੁਸੀਂ ਪਰਚਾ ਦੇ ਦਿੱਤਾ, ਉਸ ਦਿਨ ਤੁਸੀਂ ਇੱਕ ਪੱਤਰਕਾਰ ਦੇ ਉੱਤੇ ਪਰਚਾ ਦੇ ਦਿੱਤਾ। ਕਿੰਨੇ ਕੁ ਆਵਾਮ ਦੀ ਆਵਾਜ਼ ਬੰਦ ਕਰੋਗੇ? ਕਿੰਨੇ ਕੁ ਪੰਜਾਬੀਆਂ ਨੂੰ ਡਰਾਓਗੇ? ਮੈਂ ਤੁਹਾਨੂੰ ਨਸੀਹਤ ਦੇਣੀ ਚਾਹੁੰਦਾ ਸਰਕਾਰ ਨੂੰ ਕਿ ਨੁਕਤਾਚੀਨੀ ਸਹਿਣੀ ਸਿੱਖੋ। ਇਹ ਗਲਤੀਆਂ ਜੇ ਸੁਧਾਰੋਗੇ ਤੇ ਲੋਕ ਤੁਹਾਨੂੰ ਦੁਬਾਰਾ ਵੀ ਮੌਕਾ ਦੇਣਗੇ। ਜੇ ਨਹੀਂ ਕਰੋਗੇ ਤੇ ਤੁਹਾਡੇ ਹੰਕਾਰ ਦਾ ਵੀ ਜਿਹੜਾ ਭਾਂਡਾ ਭੱਜੂਗਾ, ਅੱਜ ਮੈਨੂੰ ਅੰਦਰ ਦੇ ਦਿਓ, ਕੱਲ ਇਹਨੂੰ ਦੇ ਦਿਓ, ਪਰਸੋਂ ਇਹਨਾਂ ਨੂੰ ਅੰਦਰ ਦੇ ਦਿਓ। ਇਹੋ ਜਿਹੇ ਕਈ ਲੋਕ ਹੋਰ ਉੱਠਣਗੇ ਜਿਹੜੇ ਤੁਹਾਡੇ ਖਿਲਾਫ ਬਗਾਵਤ ਕਰਨਗੇ। ਪੰਜਾਬੀਆਂ ਦੇ ਖੂਨ 'ਚ ਹੈ। ਮੇਰੀ ਆਵਾਜ਼ ਤੁਸੀਂ ਡਰਾ ਕੇ ਬੰਦ ਨਹੀਂ ਕਰਾ ਸਕਦੇ। ਮੈਂ ਕਹਿਣਾ ਚਾਹੁੰਦਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਤੇ ਜਿਹੜੇ ਉਹਦੇ ਉੱਤੇ ਸਰਕਾਰ ਚਲਾਉਣ ਦੇ ਨੇ ਕਿ ਮੈਂ ਪਿਆਰ ਆਪਣੇ ਮੁਲਕ ਸੇ ਜਾਲੀ नहीं करता, पुरखों की विरासत कभी खाली नहीं करता, छाती पे चढ़ के बोलना आदत है मेरी, मैं कभी हुकूमत की दलाली नहीं करता। ਤੁਹਾਡੇ ਦਲਾਲ ਨਾ ਜ਼ਿੰਦਗੀ 'ਚ ਬਣੇ ਨਾ ਬਣेगे। ਔਰ ਦੁੱਖ ਕਿੱਥੇ ਲੱਗਦਾ? ਇਹ ਮੋਰਚਾ ਮੇਰਾ, ਇਹ ਮੋਰਚਾ ਇਹਨਾਂ ਦਾ, ਇਹ ਕਿਸਾਨ ਜਥੇਬੰਦੀਆਂ ਆਪੋਜੀਸ਼ਨ ਨੇ ਜਾਂ ਮਨਦੀਪ ਸਿੰਘ ਮੰਨਾ ਆਪੋਜੀਸ਼ਨ ਹੈ ਜਾਂ ਪੱਤਰਕਾਰ ਆਪੋਜੀਸ਼ਨ ਨੇ। ਜਿਹੜੀਆਂ ਪਾਰਟੀਆਂ ਆਪੋਜੀਸ਼ਨ ਦੇ ਵਿੱਚ ਨੇ ਉਹਦੇ ਵਿੱਚ ਅਕਾਲੀ ਦਲ, ਉਹਦੇ ਵਿੱਚ ਕਾਂਗਰਸ, ਫਰਜ਼ ਤੇ ਉਹਨਾਂ ਦਾ ਬਣਦਾ ਸੀਗਾ ਕਿ ਸਰਕਾਰ ਦੀ ਛਾਤੀ ਦੇ ਉੱਤੇ ਚੜ ਕੇ ਨੱਚਦੇ ਤਾਂ ਉਹਨਾਂ ਨੂੰ ਦੱਸਦੇ ਆ ਗਲਤ ਹੈ। ਜੇ ਇੱਥੇ ਫੋਰਸ ਲੱਗੀ ਹੈ, ਜੇ ਇੱਥੇ DC ਲੱਗਾ, ਜਿੱਥੇ SSP ਲੱਗਾ ਤੇ ਮਦਈ ਹੋ ਕੇ ਉਹਨਾਂ ਨਾਲ ਬਹਿਸ ਕਰਦੇ, ਉਹਨਾਂ ਦਾ ਫਰਜ਼ ਬਣਦਾ ਤੁਹਾਡੀ ਅਗਵਾਈ ਕਰਨਾ, ਕਿਉਂਕਿ ਅਗਲੀ ਵਾਰੀ ਵੋਟਾਂ ਉਹਨਾਂ ਫਿਰ ਮੰਗਣ ਆਉਣਾ। ਪਰ ਦੁੱਖ ਕਿਸ ਗੱਲ ਦਾ? ਉਹਨਾਂ ਨੂੰ ਉਹਨਾਂ ਦੀਆਂ ਚੋਰੀਆਂ ਨੇ ਨੱਪ ਲਿਆ, ਉਹਨਾਂ ਨੂੰ ਗੋਡਿਆਂ ਹੱਥ ਲੈ ਲਿਆ ਸਾਰਿਆਂ ਨੂੰ, ਕਿਉਂਕਿ ਪਿੱਛੇ ਪਾਪ ਹੀ ਬੜੇ ਕੀਤੇ ਆ ਔਰ ਪਾਪ ਸਾਰਿਆਂ ਨੂੰ ਡਰਾਉਂਦਾ ਹੈ। ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੀ। ਤੁਸੀਂ ਕਿਸ ਤਰ੍ਹਾਂ ਅੱਗੋਂ ਅਗਵਾਈ ਕਰਨ ਦੀਆਂ ਗੱਲਾਂ ਕਰੋਗੇ ਜੇ ਹਜ਼ਾਰਾਂ ਲੋਕ ਇੱਥੇ ਰੋਜ਼ ਹਾਜ਼ਰੀ ਭਰਦੇ ਆ, ਦੁਹਾਈ ਦਿੰਦੇ ਆ? ਇਹਨਾਂ ਦੇ ਵਿੱਚ ਬੈਠ ਕੇ ਇਹਨਾਂ ਦੀ ਤਸੱਲੀ ਕਰਾਉਣ ਨਾਲੋਂ ਫੈਸਲਾ ਤੁਸੀਂ ਕਰੋ ਫੈਕਟਰੀ ਚੱਲਣੀ ਹੈ ਜਾਂ ਨਹੀਂ ਚੱਲਣੀ, ਉਹ ਤੁਹਾਡਾ ਮੈਟਰ ਹੈ। ਪਰ ਮੈਂ ਕਹਿੰਦਾ ਕਿ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣੀ ਚਾਹੀਦੀ ਸੀ, ਕੋਈ ਵੀ ਨਹੀਂ ਨਿਭਾ ਰਿਹਾ। ਹੁਣ ਤੁਹਾਨੂੰ ਮੈਂ ਇੱਕ ਚੀਜ਼ ਚੇਤਾ ਕਰਾਉਣਾ ਚਾਹੁੰਦਾ, ਮੋਦੀ ਸਾਹਿਬ ਨੇ ਇੱਕ ਵਾਰੀ ਸੂਟ ਪਾਇਆ ਸੀ 10 ਲੱਖ ਦਾ। ਪੂਰੇ ਦੇਸ਼ ਦੇ ਵਿੱਚ ਕਿੱਡਾ ਵੱਡਾ ਬਵਾਲ ਉੱਠਿਆ ਸੀਗਾ ਕਿ ਮੋਦੀ ਨੇ 10 ਲੱਖ ਦੇ ਕੱਪੜੇ ਪਾ ਲਏ। ਮੋਦੀ ਦਾ ਰੱਜ ਕੇ ਪ੍ਰਧਾਨ ਮੰਤਰੀ ਦਾ ਜਲੂਸ ਕੱਢਿਆ ਸੀਗਾ।
4-5 ਦਿਨ ਪਹਿਲਾਂ ਭਗਵੰਤ ਮਾਨ ਹੋਣਾ ਦੀ ਫੋਟੋ ਆਉਂਦੀ, ਉਹਨੇ ਤੇ ਸੂਟ 10 ਲੱਖ ਦਾ ਪਾਇਆ ਸੀਗਾ। ਮਾਨ ਸਾਹਿਬ ਜੁੱਤੀ 3.5 ਲੱਖ ਦੀ ਪਾਈ ਫਿਰਦੇ ਸੀ ਗੁੱਚੀ ਦੀ, ਔਰ ਉਹ ਅੱਗੋਂ ਕੀ ਕਹਿੰਦੇ ਨੇ, ਮੇਰੇ ਬੂਟਾਂ ਵੱਲ ਧਿਆਨ ਨਾ ਦਿਓ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਜਦੋਂ ਮੁੱਖ ਮੰਤਰੀ ਨਹੀਂ ਸੀ ਕਿ ਉਦੋਂ ਵੀ ਗੁੱਚੀ ਪਾਉਂਦੇ ਸੀ ਤੇ ਫਿਰ ਸਾਨੂੰ ਇਤਰਾਜ਼ ਨਾ ਹੁੰਦਾ? ਉਦੋਂ ਵੀ ਅਰਮਾਨੀ, ਕਈ ਮੰਤਰੀ ਇਹਨਾਂ ਦੇ ਅਰਮਾਨੀ ਦੀਆਂ ਜੈਕਟਾਂ ਪਾਈ ਫਿਰਦੇ ਨੇ। ਮਤਲਬ ਪਾਉਣ ਦਾ ਹੱਕ ਹੈ, ਮੈਨੂੰ ਵੀ ਸ਼ੌਕ ਹੈ, ਪਰ ਮੈਂ ਕੋਈ ਬੜਿਆ ਤਾਂ ਨਹੀਂ। ਬਣਨ ਤੋਂ ਪਹਿਲਾਂ ਜੇ ਤੁਸੀਂ ਇਹ ਲੀੜਾ ਲੱਤਾ ਪਾਉਂਦੇ ਸੀ ਤੇ ਫਿਰ ਸਾਨੂੰ ਕੋਈ ਇਤਰਾਜ਼ ਨਾ ਹੁੰਦਾ। 3-3 ਲੱਖ ਰੁਪਏ ਦੇ ਬੂਟ, ਇੰਨੀ ਤੇ ਮੁੱਖ ਮੰਤਰੀ ਦੀ ਤਨਖਾਹ ਨਹੀਂ ਹੋ ਸਕਦੀ, ਇੰਨੇ ਤੇ ਮੁੱਖ ਮੰਤਰੀ ਦੇ TADA ਨਹੀਂ ਹੋ ਸਕਦੇ ਕਿ 3-3 4-4 ਲੱਖ ਦੀਆਂ ਜੁੱਤੀਆਂ ਪਾਓ ਤੇ ਫਿਰ ਤੁਸੀਂ ਆਂਦੇ ਮੈਨੂੰ ਸਵਾਲ ਵੀ ਨਾ ਕਰੋ। ਪ੍ਰੈਸ ਦੇ ਵਿੱਚ ਕਹਿੰਦੇ ਸੀ, ਉਹਨੇ ਤੇ ਪ੍ਰੈਸ 'ਚ ਕਹਿ ਦਿੱਤਾ ਵੀ ਮੈਨੂੰ ਸਵਾਲ ਨਾ ਕਰਿਓ, ਤੇ ਕਿਸੇ ਆਪੋਜੀਸ਼ਨ ਵਾਲੇ ਦੀ ਹਿੰਮਤ ਪਈ ਵੀ ਉਹਦੀ ਜੁੱਤੀ ਦੇ ਉੱਤੇ ਸਵਾਲ ਕਰਦੇ ਹੋਏ ਵੀ 4 ਲੱਖ ਦੀ ਜੁੱਤੀ ਪਾਈ ਫਿਰਦਾ। ਮਾਨ ਸਾਹਿਬ, ਤੁਹਾਡੇ ਲਈ 2 ਲੈਣਾ ਮੈਂ ਕਹਿਣੀਆਂ ਚਾਹੁੰਦਾ। ਮੈਨੂੰ ਪਤਾ ਹੈ ਕਿ ਪਹਿਲਾਂ ਕੀ ਹਾਲਤ ਸੀ, ਕਿਸ ਤਰ੍ਹਾਂ ਸਾਦੇ ਰਹਿੰਦੇ ਸੀਗੇ ਗੱਡੀ ਦੇ ਵਿੱਚ ਤੁਸੀਂ, ਤੇ ਹੁਣ ਤੁਸੀਂ ਕਿਹੜੇ ਸਟਾਈਲ 'ਚ ਰਹਿੰਦੇ ਹੋ। 3-3 ਲੱਖ ਦੀਆਂ ਜੁੱਤੀਆਂ ਤੇ ਮੰਤਰੀ ਤੁਹਾਡੇ 1.5 ਲੱਖ ਦੀਆਂ ਜੈਕਟਾਂ ਪਾਉਂਦੇ ਨੇ। ਉਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਲੈਵਲ 'ਚ ਰਹੋ, ਜਨਤਾ ਦੇ ਬਣ ਕੇ ਰਹੋ। ਕਿ अमीरे शहर को मैं तब से जानता हूं जमीन के कपड़े धोने के साबुन से जब वो नहाया करता था। ਤੁਹਾਨੂੰ ਤੇ ਉਦੋਂ ਤੇ ਜਾਣਦੇ ਆ ਵੀ ਜਦੋਂ ਮੰਤਰੀ ਤੁਹਾਡੇ ਕੱਪੜੇ ਧੋਣ ਵਾਲੇ ਸਾਬਣ ਨਾਲ ਨਹਾਉਂਦੇ ਸੀ। ਹੁਣ 4-4 ਲੱਖ ਦੀਆਂ ਜੁੱਤੀਆਂ ਪਾਓਗੇ। ਬਦਲ ਫਿਰ ਉਹਨਾਂ ਦਾ ਆਪਣਾ ਹੀ ਆਇਆ। ਮੈਂ ਤੇ ਕਹਿੰਦਾ, ਕੱਲ ਮੈਂ ਬੜਾ ਸੋਹਣਾ ਸੁਣਦਾ ਸੀਗਾ ਇੱਥੋਂ, ਉਹ ਮੰਤਰੀ ਦੇ ਸਾਹਮਣੇ ਬੋਲ ਰਹੇ ਸੀਗੇ ਕਿ ਬਦਲਾ ਨਹੀਂ ਆਇਆ, ਇਹ ਬਦਲਾ ਹੈ। ਸਾਨੂੰ ਸਮਝਾ ਤੇ ਦਿੱਤਾ ਜਾਵੇ, ਬਦਲਾ। ਤੁਸੀਂ ਦੇਖੋ, ਦੂਜੀ ਚੀਜ਼ ਮੈਂ ਇੱਕ ਚੀਜ਼ ਹੋਰ ਕਲੀਅਰ ਕਰਨੀ ਚਾਹੁੰਦਾ, ਸ਼ਾਇਦ ਕੋਈ ਸਹਿਮਤ ਹੋਵੇ। ਮੈਂ ਕਿਸੇ ਵੀ ਫੈਕਟਰੀ ਦੀ ਉਲਟ ਨਹੀਂ, ਪਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਲੋਕਾਂ ਦੀ ਜਾਨ ਦੇ ਉੱਤੇ ਖੇਡ ਕੇ ਥੋੜਾ ਫੈਕਟਰੀਆਂ ਚੱਲਣੀਆਂ ਚਾਹੀਦੀਆਂ ਨੇ। ਲੋਕਾਂ ਨੂੰ ਬਿਮਾਰ ਕਰਕੇ ਥੋੜਾ ਫੈਕਟਰੀਆਂ ਚੱਲਣੀਆਂ ਚਾਹੀਦੀਆਂ ਨੇ। ਲੋਕਾਂ ਨੂੰ ਸਾਰੀਆਂ ਫੈਕਟਰੀਆਂ ਵਾਲੇ ਜਿੰਨੇ ਵੀ ਹੋਰ ਨੇ ਪੰਜਾਬ ਦੇ ਵਿੱਚ ਆਪਣੇ ਮਾਪਦੰਡ ਸਹੀ ਕਰ ਲੈਣ, ਕਿਉਂਕਿ ਜਨਤਾ ਜਾਗਰੂਕ ਹੋ ਚੁੱਕੀ ਹੈ। ਇਸ ਤੋਂ ਬਾਅਦ ਹੋਰ ਕਿੱਥੇ ਮੋਰਚੇ ਲੱਗਣਗੇ, ਉੱਥੇ ਨੌਬਤ ਨਾ ਆਵੇ। ਸਾਡੇ ਬੱਚਿਆਂ ਦਾ ਰੁਜ਼ਗਾਰ ਵੀ ਜੁੜਿਆ ਉਹਦੇ ਨਾਲ, ਪਰ ਤੁਸੀਂ ਤੇ ਸਹੀ ਤਰੀਕੇ ਨਾਲ ਚਲਾਓ ਨਾ ਯਾਰ ਇਹਨਾਂ ਨੂੰ। ਫੈਕਟਰੀਆਂ ਦੇ ਵਿੱਚ ਮਾਪਦੰਡ ਤੈਅ ਕਿਉਂ ਨਹੀਂ ਸੀ? ਪਹਿਲਾਂ ਚੱਲਦੀਆਂ ਹੀ ਮਾਫੀਆਜ਼ ਦੇ ਸਿਰ ਤੇ ਰਹੀਆਂ। ਕੱਲੀ ਇਹ ਨਹੀਂ, ਹੋਰ ਵੀ ਸਾਡੇ ਸ਼ਹਿਰ ਦੇ ਵਿੱਚ, ਕਿਉਂਕਿ ਕਿਸੇ ਨਾ ਕਿਸੇ ਦੇ ਲੀਡਰ ਨਾਲ ਲਿੰਕ ਨੇ। ਨਾ ਕੋਈ ਨੂੰ ਪੁੱਛਣ ਆਉਂਦਾ, ਨਾ ਕੋਈ ਨੂੰ ਜਾਂਚਣ ਆਉਂਦਾ ਪੋਲੂਸ਼ਨ ਵਾਲਾ, ਨਾ ਕੋਈ ਬਿਜਲੀ ਵਾਲਾ ਰੇਡ ਕਰਦਾ, ਕਿਉਂਕਿ ਪਿੱਛੇ ਮੁੱਖ ਮੰਤਰੀ ਤੇ ਇਲਾਕੇ ਦੇ MLA ਦਾ ਹੱਥ ਹੁੰਦਾ। ਉਸ ਤੋਂ ਬਾਅਦ ਜਿਹੜਾ ਲੋਕਾਂ ਦਾ ਘਾਣ ਹੁੰਦਾ, ਉਹਦੇ 5-7-10 ਸਾਲ ਬਾਅਦ ਰਿਜ਼ਲਟ ਆਉਂਦੇ ਨੇ, ਅੱਜ ਜਿਹੜੇ ਤੁਹਾਡੇ ਸਾਹਮਣੇ ਆ ਰਹੇ ਨੇ। ਸੋ ਪਹਿਲਾਂ ਹੀ ਆਪਣੇ ਮਾਪਦੰਡ ਠੀਕ ਰੱਖੇ ਜਾਣ, ਪਹਿਲਾਂ ਹੀ ਆਪਣਾ ਜਿਹੜਾ ਰਵੱਈਆ ਠੀਕ ਰੱਖਿਆ ਜਾਵੇ, ਪਹਿਲਾਂ ਹੀ ਲੋਕਾਂ ਦੇ ਨਾਲ ਆਪਸੀ ਭਾਈਚਾਰਾ ਠੀਕ ਰੱਖਿਆ ਜਾਵੇ। ਜੇ ਕਿਤੇ ਨਿੱਕਾ ਜਿਹਾ ਬੰਦਾ ਵੀ, ਇੱਥੇ ਪ੍ਰੋਬਲਮ ਕੀ ਹੈ ਸਰ ਸਾਹਿਬ? ਪ੍ਰੋਬਲਮ ਇਹ ਆਉਂਦੀ ਹੈ ਕਿ ਤੁਸੀਂ ਬੜੀ ਵੱਡੀ ਇੰਡਸਟਰੀ 'ਚ ਬੜੇ ਵੱਡੇ ਨੇਤਾ ਹੋ, ਤੇ ਲੋਕੀ ਕੀ ਕਰਦੇ ਨੇ, ਮੇਰੇ ਵਰਗਾ ਸਵਾਲ ਕਰ ਲੈਂਦਾ, ਇਹਦੇ ਵਰਗਾ ਸਵਾਲ ਕਰ ਲੈਂਦਾ, ਤੇ ਵੱਡੇ ਪੋਲੀਟੀਸ਼ੀਅਨ ਵੀ ਇਹ ਜਵਾਬ ਦਿੰਦੇ ਨੇ, ਤੇ ਫੈਕਟਰੀ ਵਾਲੇ ਵੀ ਇਹ ਦਿੰਦੇ ਨੇ। ਵੀ ਇਹਦਾ ਕੀ ਲੈਵਲ ਹੈ ਯਾਰ? ਅਸੀਂ ਜਨਤਾ ਮਤਲਬ ਵਸਨੀਕ ਆ, ਸਾਡੀ ਵੋਟ ਬਣੀ ਹੈ ਯਾਰ, ਸਾਡਾ ਆਧਾਰ ਕਾਰਡ ਬਣਿਆ। ਅਸੀਂ ਜੇ ਕਿਸੇ ਉੱਤੇ ਕਿੰਤੂ ਪਰੰਤੂ ਕਰ ਦਿੱਤਾ, ਸਾਡੇ ਮਨ ਦੇ ਵਿੱਚ ਕੋਈ ਸ਼ੰਕਾ ਆ ਗਿਆ, ਇਹ ਫਰਜ਼ ਬਣਦਾ ਹਰ ਕਾਰੋਬਾਰੀ ਦਾ, ਹਰ ਸਰਕਾਰੀ ਗੈਰ ਸਰਕਾਰੀ ਜਿਹੜਾ ਬੰਦਾ ਜਨਤਾ ਦੇ ਨਾਲ ਜੁੜਿਆ, ਜਾਂ ਜਿੱਥੇ ਜਨਤਾ ਨੂੰ ਕਾਰੋਬਾਰ ਮਿਲਦਾ, ਜਾਂ ਜਿੱਥੋਂ ਜਨਤਾ ਦੀਆਂ ਮੁਸ਼ਕਲਾਂ ਸ਼ੁਰੂ ਹੁੰਦੀਆਂ, ਕਿਸੇ ਤਰੀਕੇ ਵੀ ਨੈਗੇਟਿਵ ਪੋਜ਼ਿਟਿਵ, ਉਹਨੂੰ ਉਹਦੀ ਤਸੱਲੀ ਕਰਾਉਣੀ ਚਾਹੀਦੀ ਹੈ ਕਿ ਯਾਰ ਮੈਂ ਠੀਕ ਹਾਂ, ਤੁਹਾਡੇ ਦਿਮਾਗ 'ਚ ਭੁਲੇਖਾ ਆ ਗਿਆ, ਜਾਂ ਤੁਹਾਨੂੰ ਕਿਸੇ ਨੇ ਗਲਤ ਗਾਈਡ ਕਰ ਦਿੱਤਾ। ਪਰ ਇੱਥੇ ਟਾਲ ਦਿੱਤਾ ਜਾਂਦਾ, ਮਾੜੇ ਬੰਦੇ ਨੂੰ ਕੁਝ ਨਹੀਂ ਪੁੱਛਿਆ ਜਾਂਦਾ, ਉਹਨੂੰ ਦੁਤਕਾਰ ਕੇ ਸੁੱਟ ਦਿੱਤਾ ਜਾਂਦਾ। ਸੋ ਇਹਨਾਂ ਹਰਕਤਾਂ ਤੋਂ ਸਾਰਿਆਂ ਨੂੰ ਬਾਜ਼ ਆਉਣਾ ਚਾਹੀਦਾ, ਔਰ ਜਿੱਥੇ ਵੀ ਜੇ ਕਿਸੇ ਦੇ ਵਿੱਚ ਕਤਾਈਆਂ ਨੇ ਉਹ ਠੀਕ ਕਰਨ। ਸਰਕਾਰ ਪਹਿਲਾਂ ਆਪਣੀਆਂ ਕਤਾਈਆਂ ਠੀਕ ਕਰੇ, ਆਪਣਾ ਰਵੱਈਆ ਠੀਕ ਕਰੇ, ਪਰਚਿਆਂ ਦੀ ਰਾਜਨੀਤੀ ਤੋਂ ਬਾਹਰ ਆਵੇ। ਉਹ ਲਤੀਫਪੁਰ ਦੇ ਵਿੱਚ ਮੈਂ ਮਤਲਬ ਉਸ ਦਿਨ ਵੀ ਗਿਆ ਸੀਗਾ, ਕੱਲ ਉਹਨਾਂ ਰੋਸ ਮਾਰਚ ਰੱਖਿਆ, ਮੈਂ ਉੱਥੇ ਵੀ ਜਾਣਾ, ਉਹ ਵੀ ਕੇਸ ਹਾਰੇ ਨੇ। 47 ਸਾਲ ਤੋਂ ਬੰਦੇ ਉੱਥੇ ਬੈਠੇ ਹੋਣ ਤੇ ਤੁਸੀਂ ਉਹਨਾਂ ਨੂੰ 2022 ਦੇ ਵਿੱਚ ਖਾਲੀ ਕਰਾ ਦਿਓ, 70-75 ਸਾਲ ਬਾਅਦ ਵੀ ਤੁਸੀਂ ਉੱਥੇ ਤੇ ਜਗ੍ਹਾ ਹੀ ਉਹਨਾਂ ਨੂੰ ਲਾਟ ਹੋ ਜਾਣੀ ਚਾਹੀਦੀ ਸੀ, ਕਿਉਂਕਿ ਉਹਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ, ਅਰਬਾਂ ਕਰੋੜਾਂ ਰੁਪਈਆ ਦੇ ਵਿੱਚ ਆ ਗਈ, ਤੇ ਮਾਫੀਆ ਦੀ ਨਿਗਾਹ ਟੇਕ ਗਈ। ਉੱਥੇ ਹਾਈ ਕੋਰਟ 'ਚ ਤੱਥ ਹੀ ਉਹ ਪੇਸ਼ ਕੀਤੇ ਗਏ, ਉੱਥੋਂ ਆਰਡਰ ਲੈ ਲਏ ਗਏ। ਇੱਥੇ ਕਈ ਕੇਸ ਆਉਂਦੇ ਨੇ, ਚਾਹੇ ਤਲਾਕ ਦਾ ਹੋਵੇ, ਚਾਹੇ ਕੁਝ ਵੀ ਹੋਵੇ, ਕਈ ਪਿਆਦੇ ਜਿਹੜੇ ਉਹ ਲੋਕਾਂ ਦੇ ਘਰ ਸੰਮਣ ਲੈ ਕੇ ਨਹੀਂ ਜਾਂਦੇ, ਔਰ ਕੋਰਟ ਇੱਕ ਤਰਫਾ ਹੀ ਫੈਸਲੇ ਸੁਣਾ ਦਿੰਦੇ ਨੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਨਿਗਰਾਨੀ ਕਰਨੀ ਬੜਾ ਜ਼ਿਆਦਾ ਜ਼ਰੂਰੀ ਹੈ। ਵਕੀਲ ਲੈ ਕੇ ਤੁਸੀਂ ਨਹੀਂ ਲੜ ਸਕਦੇ। ਮੈਂ ਫਿਰ ਤੁਹਾਨੂੰ ਕਹਿਣ ਲੱਗਾ, ਇਹ ਕੋਰਟ ਨੂੰ ਖੁਦ ਸੂ ਮੋਟੋ ਲੈਣੇ ਚਾਹੀਦੇ ਨੇ, ਕੋਰਟ ਨੂੰ ਖੁਦ ਧਿਆਨ ਦੇਣਾ ਚਾਹੀਦਾ। ਪਰ ਇੱਥੇ ਦੁਨੀਆ ਦਾ ਦੁੱਖ ਦਰਦ ਨਾਲ ਜਿਹੜਾ ਸੁਣਨ ਵਾਲਾ, ਉਹ ਵੱਡੇ ਲੋਕਾਂ ਦੇ ਦੁੱਖ ਸੁਣੇ ਜਾਂਦੇ ਨੇ, ਗਰੀਬਾਂ ਨੂੰ ਕੋਈ ਨਹੀਂ ਪੁੱਛਦਾ। ਕਿੰਨੀਆਂ ਕੁ ਸੜਕਾਂ ਪੱਕੀਆਂ ਹੋ ਗਈਆਂ, ਕਿੰਨੇ ਕੁ ਘਰਾਂ 'ਚ ਟਾਇਲਟ ਬਣ ਗਏ ਸਰਕਾਰ ਬਣਨ ਤੋਂ ਬਾਅਦ, ਜਿਨ੍ਹਾਂ ਕੋਲ ਨਹੀਂ ਗੁਜ਼ਾਰੇ ਜੋਗਾ ਕੁਛ ਹੈਗਾ, ਕਿੰਨਿਆਂ ਕੁ ਘਰਾਂ ਦੇ ਵਿੱਚ ਰਾਸ਼ਨ ਆਉਂਦਾ। ਇਹਨਾਂ ਚੀਜ਼ਾਂ ਤੇ ਕੋਈ ਧਿਆਨ ਨਹੀਂ ਦਿੰਦਾ, ਸਿਰਫ ਵੱਡੇ ਲੋਕਾਂ ਨੂੰ ਖੁਸ਼ ਇਸ ਕਰਕੇ ਕੀਤਾ ਜਾਂਦਾ। ਇਲੈਕਸ਼ਨ ਵੇਲੇ ਉਹ ਮੋਟਾ ਫੰਡ ਦਿੰਦੇ ਨੇ, ਔਰ ਸਾਰੇ ਪੋਲੀਟੀਸ਼ੀਅਨ ਦੇ ਦਿਮਾਗ 'ਚ ਇੱਕ ਗੱਲ ਘਰ ਗਈ ਹੈ
ਕਿ ਅਸੀਂ ਪੈਸੇ ਨਾਲ ਜਿੱਤ ਜੰਨੇ ਆ, ਪੈਸਾ ਖਰਚ ਕਰਾਂਗੇ। ਇਹ ਸਮਾਂ ਦੁਬਾਰਾ ਨਹੀਂ ਆਉਣਾ ਕਿ ਬਾਦਲ ਤੇ ਕਾਂਗਰਸੀਆਂ ਨੂੰ ਲਾਉਣ ਲਈ ਅਸੀਂ ਤੁਹਾਨੂੰ ਚੁਣ ਲਿਆ। ਮੈਂ ਅੱਗੇ ਵੀ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਤੁਸੀਂ ਵੀ ਉਹ ਰਵੱਈਆ ਸਾਨੂੰ ਨਾ ਅਪਣਾਉਣ ਲਈ ਮਜਬੂਰ ਕਰੋ ਕਿ ਕੱਲ ਨੂੰ ਸਾਨੂੰ ਵੀ ਵੇਖਣਾ ਪਵੇ ਵੀ ਤੁਹਾਨੂੰ ਗਲੋਂ ਲਾਉਣ ਲਈ ਅਸੀਂ ਕਿਸੇ ਮਾੜੇ ਤੋਂ ਮਾੜੇ ਨੂੰ ਚੁਣ ਲਈਏ। ਸਾਡੀ ਪੰਜਾਬ ਦੀ ਇੰਨੀ ਦੁਰਗਤ ਨਾ ਕਰੋ, ਸਾਡੇ ਦਿਲ ਦੀਆਂ ਸਾਡੀਆਂ ਭਾਵਨਾਵਾਂ ਦੀ ਕਦਰ ਕਰੋ। ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਸਾਡੀ ਸੁਣਦਾ ਕੋਈ ਨਹੀਂ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ, ਵਿੱਚੇ ਚੱਪੂ ਵਿੱਚੇ ਬੇੜੀ ਵਿੱਚੇ ਵੰਝ ਮੁਹਾਣੇ, ਜਿੰਨੀਆਂ ਤਨ ਮੇਰੇ ਤੇ ਲੱਗੀਆਂ ਤੇਰੇ ਇੱਕ ਲੱਗੇ ਤੂੰ ਜਾਣੇ। ਗੁਲਾਮ ਫਰੀਦਾ ਦਿਲ ਉੱਥੇ ਜਾਈਏ ਜਿੱਥੇ ਅਗਲਾ ਕਦਰ ਵੀ ਜਾਣੇ। ਸਾਨੂੰ ਕੋਈ ਕਦਰ ਜਾਣਨ ਵਾਲਾ ਮਿਲਿਆ ਹੀ ਨਹੀਂ।